बेशक अंग्रेज़ां नूं उत्थों निकलिया 75 साल हो गए ने। पिंडां 'च कहणगे जी आह टब्बर जिहड़ा ना इन्हां दे दादे मुखबरी करदे सी, ये फलाणे लंबड़दारां दा ये जिहड़े ने अंग्रेज़ां दे कुत्ते सी। जिहड़ा फैसला उन्हां दी ब्रिटिश गवर्नमेंट ने कल कीता है, 3000 होर जिहड़े अफगान विद फैमिलीज़, hundreds more Afghans and their families to be allowed to settle in UK। ਹੁਣ ਤੁਸੀਂ ਉਹਨਾਂ ਦੇ ਰਹੇ ਹੋ, ਦੁਸ਼ਮਣ ਦੇ ਨਾਲ ਰਲ ਕੇ ਆਪਣਿਆਂ ਦੀ ਮੁਖਬਰੀ ਕਰਦੇ ਰਹੇ ਹੋ ਜਾਂ ਇੰਟਰਪ੍ਰੀਟੇਸ਼ਨ ਕਰਦੇ, ਇਹਨਾਂ ਨੂੰ ਵੀ ਇਹ ਨਜ਼ਰ ਆ ਗਿਆ ਕਿ ਦਾ ਮੋਮੈਂਟ ਇਹਨਾਂ ਦਾ ਅਖੀਰਲਾ ਸੋਲਜਰ ਉੱਥੋਂ ਨਿਕਲਿਆ, ਆਲਰੇਡੀ 60-65% ਟੈਰੀਟਰੀ ਤਾਲਿਬਾਨ ਦੇ ਕੋਲ ਹੈ, ਕਿ ਇੱਕ ਫੀਅਰਸ ਸਿਵਲ ਵਾਰ ਫੇਰ ਹੋਏਗੀ। ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਆਉਣ ਵਾਲਾ ਅਫਗਾਨਿਸਤਾਨ ਅਨਫੋਰਚੂਨੇਟਲੀ ਉਹਦੇ ਤੇ ਜਿਹੜਾ ਹੈ ਉਹ ਕਿਸ ਕਿਸਮ ਦੇ ਹਾਲਾਤ ਹੋਣਗੇ, ਇਹਨਾਂ ਦਾ ਉਹਦੇ ਤੇ ਕੋਈ ਕੰਟਰੋਲ ਨਹੀਂ ਹੋਏਗਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ 3000 ਤੋਂ ਜ਼ਿਆਦਾ ਅਫਗਾਨ ਪਰਿਵਾਰਾਂ ਨੂੰ ਅਫਗਾਨਿਸਤਾਨ ਚੋਂ ਕੱਢ ਕੇ ਯੂਕੇ ਵਿੱਚ ਸੈਟਲ ਕੀਤਾ ਜਾਵੇਗਾ। ਇਹ ਉਹ ਅਫਗਾਨ ਹਨ ਜਿਹੜੇ ਅਮਰੀਕਾ ਅਤੇ ਨੈਟੋ ਦੀਆਂ ਫੌਜਾਂ ਨਾਲ ਇੰਟਰਪ੍ਰੀਟਰ ਦਾ ਕੰਮ ਕਰਦੇ ਸਨ ਜਾਂ ਇਹਨਾਂ ਨਾਲ ਕੋਆਪਰੇਟ ਕਰਦੇ ਸਨ। ਇਸ ਤੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਪੱਛਮੀ ਤਾਕਤਾਂ ਨੂੰ ਪੂਰੀ ਤਰ੍ਹਾਂ ਅੰਦਾਜ਼ਾ ਹੈ ਕਿ ਅਫਗਾਨਿਸਤਾਨ ਚੋਂ ਫੌਜ ਨਿਕਲਣ ਤੋਂ ਬਾਅਦ ਭਿਆਨਕ ਖੂਨ ਖਰਾਬਾ ਹੋਵੇਗਾ ਅਤੇ ਕੰਟਰੋਲ ਤਾਲਿਬਾਨ ਦੇ ਹੱਥ ਵਿੱਚ ਚਲਾ ਜਾਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੰਗਰੇਜ਼ ਭਾਰਤ ਦੇ ਵਿੱਚ ਲਗਭਗ 200 ਸਾਲ ਰਹੇ। ਪੰਜਾਬ ਦੇ ਵਿੱਚ 98 ਸਾਲ ਉਹਨਾਂ ਦਾ ਰਾਜ ਰਿਹਾ। ਬਿਲਕੁਲ। ਔਰ ਇੱਕ ਵੱਡੀ ਪੋਪੂਲੇਸ਼ਨ ਜਦੋਂ ਤੱਕ ਅੰਗਰੇਜ਼ਾਂ ਦਾ ਰਾਜ ਸੀ ਐਂਗਲੋ ਇੰਡੀਅਨਸ, ਔਰ ਉਹੀ ਜਿਸ ਗੋਰੇ ਨੇ ਦੇਸੀ ਨਾਲ ਵਿਆਹ ਕੀਤਾ, ਉਹਨਾਂ ਦੀਆਂ ਔਲਾਦਾਂ, ਉਹਨਾਂ ਦੀਆਂ ਆਬਾਦੀਆਂ ਵੀ ਅੱਡ ਸੀ, ਕਾਲੋਨੀਜ਼ ਵੀ, ਉਹਨਾਂ ਨੂੰ ਪ੍ਰੈਫਰੈਂਸ ਵੀ ਸੀ ਨੌਕਰੀਆਂ 'ਚ। ਹਾਲਾਂ ਇੰਡੀਅਨ ਕਾਨਸਟੀਟਿਊਸ਼ਨ 'ਚ ਵੀ ਐਂਗਲੋ ਇੰਡੀਅਨ ਦੀ ਰਿਜ਼ਰਵੇਸ਼ਨ ਬਾਅਦ ਦੇ ਵਿੱਚ ਰੱਖੀ, ਜਿਹੜੀ ਹੁਣ ਉਹ ਖਤਮ ਕਰ ਦਿੱਤੀ ਹੈ। ਲੇਕਿਨ ਮੈਂ ਦੇਖ ਰਿਹਾ ਸੀ ਕਿ ਜਿਸ ਲੈਵਲ ਦੀ ਉਹਨਾਂ ਦੀ ਪੋਪੂਲੇਸ਼ਨ ਸੀ, ਹੁਣ ਮੇਰੇ ਕੋਲ ਫਿਗਰਸ ਨੇ, ਬਹੁਤ ਜ਼ਿਆਦਾ ਸੀ। ਔਰ ਜਿਉਂ ਹੀ ਉਹ ਗਏ, ਅੰਗਰੇਜ਼ਾਂ ਦੇ ਜਾਣ ਦਾ ਵਕਤ ਆਇਆ ਤੇ ਉਹਨਾਂ ਨੂੰ ਵੀ ਲੱਗਾ ਕਿ ਭਾਈ ਇਹ ਤਾਂ ਅਸੀਂ ਜਿਹੜੇ ਇਹਨਾਂ ਦੇ ਨਾਲ ਵੀ ਰਲੇ ਰਹੇ, ਜ਼ਾਹਰ ਹੈ ਐਂਗਲੋ ਇੰਡੀਅਨਸ ਤੇ ਉਹ ਬਹੁਤ ਟਰਸਟ ਕਰਦੇ ਸੀ। ਇੱਕ ਪੀਰੀਅਡ ਦੇ ਵਿੱਚ ਟ੍ਰੇਨ ਦਾ ਡਰਾਈਵਰ ਔਰ ਗਾਰਡ ਜਾਂ ਗੋਰਾ ਹੁੰਦਾ ਸੀ ਜਾਂ ਐਂਗਲੋ ਇੰਡੀਅਨ ਹੁੰਦੇ ਸੀ, ਕਿਉਂਕਿ ਉਹ ਐਂਗਲੋ ਇੰਡੀਅਨ ਐਵਰੀ ਇੰਚ ਅਮਰੀਕਨਾਂ ਇਹਨਾਂ ਵਾਲ ਗੋਰਿਆਂ ਵਾਂਗ ਹੀ ਬਿਹੇਵ ਕਰਦਾ ਸੀ, ਹੈ ਦੇਸੀ ਸੀ। ਲੇਕਿਨ ਜਿਉਂ ਹੀ ਉਹਨਾਂ ਦਾ ਰਾਜ ਖਤਮ ਹੋਇਆ, ਉਹਦੀ ਤੋਂ 10 ਸਾਲ ਦੇ ਵਿੱਚ ਆਬਾਦੀ ਉਹਨਾਂ ਦੀ ਅੱਧੀਓਂ ਜ਼ਿਆਦਾ ਖਤਮ ਹੋ ਗਈ। ਅਗਲੇ 10 ਸਾਲ 'ਚ ਹੁਣ ਬਿਲਕੁਲ ਮਿਨਿਸਕਿਊਲ ਪਿਛਲੀ ਸੈਂਸਸ ਦੇ ਵਿੱਚ ਆਬਾਦੀ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਜਿਨ੍ਹਾਂ ਦੇ ਨਾਲ ਰਹਿ ਕੇ ਤੁਸੀਂ ਮੌਜਾਂ ਕੀਤੀਆਂ ਹੋਈਆਂ ਨੇ, ਉਹਨਾਂ ਦਾ ਰਾਜ ਚਲਾ ਗਿਆ ਔਰ ਦੂਸਰੇ ਪਾਸੇ ਹੁਣ ਬਦਲਾਖੋਰੀ ਵੀ ਹੋਏਗੀ। ਔਰ ਉਹਨਾਂ ਨੂੰ ਆਮ ਲੋਕ ਵੀ ਜਿਹੜੇ ਨੇ ਕੋਈ ਇੱਜ਼ਤ ਨਾਲ ਨਹੀਂ ਸੀ ਦੇਖਦੇ। ਉਹਨਾਂ ਨੂੰ ਉਹਨਾਂ ਦੀ ਅੰਗਰੇਜ਼ੀ ਉਹ ਬੋਲਦੇ ਸੀ, ਉਹਨੂੰ ਕਹਿੰਦੇ ਵੀ ਛੀ ਇੰਗਲਿਸ਼ ਸੀ ਕਿ ਵੀ ਇਹ ਹੈ। ਹੁਣ ਅਫਗਾਨਿਸਤਾਨ, ਇਹਦੇ 'ਚ ਦੋ ਸਵਾਲ ਨੇ। ਹਾਲਾਂ ਅਸੀਂ ਵੈਲਕਮ ਕਰਦੇ ਹਾਂ ਬ੍ਰਿਟਿਸ਼ ਗਵਰਨਮੈਂਟ ਦਾ ਇਹ ਫੈਸਲਾ ਕਿ ਲਗਭਗ 20 ਸਾਲ ਅਮਰੀਕਨ ਔਰ ਨੈਟੋ ਫੌਜਾਂ ਅਫਗਾਨਿਸਤਾਨ 'ਚ ਰਹੀਆਂ। ਹੁਣ ਗਿਣਤੀ ਲੱਖ, 1.5 ਲੱਖ, 2 ਲੱਖ ਤੱਕ ਵੀ ਗਈ ਹੋਏਗੀ। ਹੁਣ ਅੰਗਰੇਜ਼ੀ ਸਪੀਕਿੰਗ ਸੀ ਮੋਸਟਲੀ ਜਾਂ ਯੂਰਪੀਅਨ ਅੱਡ। ਉਹਨਾਂ ਨੂੰ ਗਰਾਊਂਡ ਦੇ ਉੱਤੇ ਐਕਟ ਕਰਨ ਲਈ, ਜਿੱਥੇ ਲੱਖ 1.5 ਲੱਖ ਫੌਜ ਬੈਠੀ ਹੈ, ਤੁਸੀਂ ਲੋਕਲ ਜਸੂਸੀ ਵੀ ਕਰਵਾਉਣੀ ਹੈ, ਕੁਝ ਚੀਜ਼ਾਂ ਜਾਣਨ ਦੇ ਲਈ। ਕੋਈ ਪਸ਼ਤੋ ਸਪੀਕਿੰਗ ਹੈ, ਇੱਕ ਦਾਰੀ ਉਹਨਾਂ ਦਾ ਡਾਇਲੈਕਟ ਹੈ ਪਰਸ਼ੀਅਨ ਦਾ, ਫਾਰਸੀ ਤਾਂ ਹੈ ਹੀ ਹੈ, ਉਹਨਾਂ ਦੀ ਇੰਟਰਪ੍ਰੀਟੇਸ਼ਨ। ਸੋ ਇੱਕ ਵੱਡੀ ਫੌਜ ਪਲੱਸ ਜਿਹਦੇ 'ਚ ਇਹ ਮੈਂਸ਼ਨ ਨਹੀਂ ਕਰਦੇ ਇਨਫੋਰਮੈਂਟਸ, ਜਿਨ੍ਹਾਂ ਨੂੰ ਅਸੀਂ ਮੁਖਬਰ ਕਹਿੰਦੇ, ਉਹਨਾਂ ਦੇ ਵੀ ਉਹ ਭਰਤੀ ਕੀਤੇ ਹੋਣਗੇ ਕਿ ਭਾਈ ਉਹਨਾਂ ਦੀ ਸੂਹ ਲਓ, ਕੱਢੋ ਵੀ ਉਹਨਾਂ ਦੇ ਕੀ ਖਬਰਾਂ ਨੇ। ਹੁਣ ਜਦੋਂ ਇਹ ਫਾਈਨਲ ਹੈ ਕਿ 9/11 ਤੱਕ ਸਾਰੀ ਫੌਜ ਵਾਪਸ ਆ ਜਾਣੀ ਹੈ, ਹੁਣ ਇਲਾਕੇ ਦੇ ਵਿੱਚ ਪਤਾ ਹੁੰਦਾ ਅੱਜ ਵੀ, ਹੁਣ ਬੇਸ਼ੱਕ ਅੰਗਰੇਜ਼ਾਂ ਨੂੰ ਉੱਥੋਂ ਨਿਕਲਿਆ 75 ਸਾਲ ਹੋ ਗਏ ਨੇ। ਪਿੰਡਾਂ 'ਚ ਕਹਿਣਗੇ ਜੀ ਆਹ ਟੱਬਰ ਜਿਹੜਾ ਨਾ ਇਹਨਾਂ ਦਾ ਦਾਦੇ ਮੁਖਬਰੀ ਕਰਦੇ ਸੀ, ਇਹ ਫਲਾਣੇ ਲੰਬੜਦਾਰਾਂ ਦਾ ਇਹ ਜਿਹੜੇ ਨੇ ਅੰਗਰੇਜ਼ਾਂ ਦੇ ਕੁੱਤੇ ਸੀ। ਇਹ ਜ਼ਾਹਰ ਹੈ। ਸੋ ਉਹ ਇੱਕ ਹੇਟਰਡ ਵੀ ਰਹਿੰਦੀ ਹੈ। ਤੇ ਪਠਾਣਾਂ 'ਚ ਫਿਰ ਅਫਗਾਨਾਂ 'ਚ ਤਾਂ ਉਹਦਾ ਰਿਵੈਂਜ ਵੀ ਹੁੰਦਾ ਕਿ ਵੀ ਹੁਣ ਤੁਸੀਂ ਉਹਨਾਂ ਦੇ ਰਹੇ ਹੋ, ਦੁਸ਼ਮਣ ਦੇ ਨਾਲ ਰਲ ਕੇ ਆਪਣਿਆਂ ਦੀ ਮੁਖਬਰੀ ਕਰਦੇ ਰਹੇ ਹੋ ਜਾਂ ਇੰਟਰਪ੍ਰੀਟੇਸ਼ਨ ਕਰਦੇ, ਇਹ ਕਹਿ ਰਹੇ ਨੇ ਨਾ ਇੰਟਰਪ੍ਰੇਟਰ ਨੇ। ਲੇਕਿਨ ਉਹਨਾਂ ਤੋਂ ਇੰਨੀ ਵੱਡੀ ਫੌਜ ਜਿਹੜੀ ਆ ਉੱਥੇ, ਇੰਟਰਪ੍ਰੇਟਰ ਕਿਹੜਾ, ਉਹਨਾਂ ਦੇ ਅਸਾਈਲਮ ਐਪਲੀਕੇਸ਼ਨ ਲੈਂਦੇ ਸੀ, ਉਹ ਸਾਰੇ ਇਸ ਕਿਸਮ ਦੇ ਕੰਮਾਂ ਲਈ ਰੱਖੇ ਹੋਏ ਸੀ, ਸੂਹ ਕੱਢਣ ਲਈ, ਸੂਹ ਦੇਣ ਲਈ। ਹੁਣ ਉਹਨਾਂ 'ਚ ਘਬਰਾਹਟ ਹੈ। ਔਰ ਉਸ ਤੋਂ ਪਹਿਲਾਂ ਹੀ ਆਲਰੇਡੀ ਜਿਹੜੇ ਨੇ 1300 ਦੇ ਕਰੀਬ ਇੰਗਲੈਂਡ ਦੇ ਵਿੱਚ ਆ ਚੁੱਕੇ ਨੇ, ਜਿਨ੍ਹਾਂ ਨੂੰ ਯੂਕੇ ਗਵਰਨਮੈਂਟ ਨੇ
ਅਸਾਈਲਮ ਦਿੱਤੀ ਹੈ, ਸੈਟਲ ਉਹਨਾਂ ਦੇ ਟੱਬਰ ਵੀ। ਪਰ ਜਿਹੜਾ ਫੈਸਲਾ ਉਹਨਾਂ ਦੀ ਬ੍ਰਿਟਿਸ਼ ਗਵਰਨਮੈਂਟ ਨੇ ਕੱਲ ਕੀਤਾ ਹੈ, 3000 ਹੋਰ ਜਿਹੜੇ ਅਫਗਾਨ ਵਿਦ ਫੈਮਲੀਜ਼, hundreds more Afghans and their families to be allowed to settle in UK। ਇਹਦਾ ਮਤਲਬ 3000 ਹੋਰ, ਆਲਰੇਡੀ 1300 ਹੈ, 4300, ਔਰ ਇਹ ਆਲਰੇਡੀ ਉਹਨਾਂ ਦੇ ਇੰਟਰਵਿਊਜ਼ ਹੋ ਰਹੇ ਨੇ। ਔਰ ਉਹਦੇ 'ਚ ਉਹਨਾਂ ਦੇ ਜਿਹੜਾ ਡਿਫੈਂਸ ਸੈਕਟਰੀ ਬੈਨ ਵਾਲਿਸ ਨੇ ਕਿਹਾ ਕਿ ਇਟ ਇਜ਼ ਰਾਈਟ ਡਿਸੀਜਨ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਨੂੰ ਦਾ ਇਸ਼ੂ ਹੈਜ਼ ਬੀਨ ਅ ਕੰਸਰਨ ਸਿੰਸ ਬ੍ਰਿਟਿਸ਼ ਫੋਰਸਿਸ ended combat operations in Helmand in 2014, with troops who served there being amongst the most vocal in their support for measures to protect those who assisted them during their deployment। ਕਿ ਵੀ 2014 ਚ ਵੀ ਬ੍ਰਿਟਿਸ਼ ਫੋਰਸਿਸ ਹੈਲਮੰਡ ਸੀ, ਉਹਨਾਂ ਨੇ ਕਿਹਾ ਜੀ ਜਿਨ੍ਹਾਂ ਨੇ ਸਾਨੂੰ ਉੱਥੇ ਮਦਦ ਕੀਤੀ ਐਸਟੈਬਲਿਸ਼ ਕਰਨ ਚ, ਔਰ ਦੂਸਰਾ ਉਹਨਾਂ ਦੀ ਸੇਫਟੀ ਸਿਕਿਉਰਿਟੀ ਉਹ ਸਾਡਾ ਪ੍ਰਾਈਮ ਹੈ। ਸੋ ਅਸੀਂ ਵੈਲਕਮ ਕਰਦੇ ਹਾਂ ਕਿ ਵੀ ਇਹ ਜਿਹੜਾ ਇੱਕ ਚੰਗਾ ਗਵਰਨਮੈਂਟ ਨੇ ਇਹ ਕਿਹਾ ਕਿ ਫੋਲੋਇੰਗ ਦਾ ਡਿਸੀਜਨ ਟੂ ਬਿਗਨ ਦਾ ਵਿਦਡਰਾਅਲ ਆਫ ਮਿਲਟਰੀ ਫੋਰਸਿਸ ਫॉर ਅਫਗਾਨਿਸਤਾਨ, the Prime Minister has agreed with the Ministry of Defence, Home Office and Ministry of Housing, Communities and Local Government to rapidly accelerate applications through the policy। और already बड़ी तेज़ी नाल ताकि जदों उन्होंने उत्थों निकलना ਉਹ 3000 नवां और पहला ही ਜਿਹੜੇ ਨੇ ਉਹ ਇੰਗਲੈਂਡ ਛੋੜ ਗਏ। ਸੋ ਇਹ ਤਾਂ ਅਸੀਂ ਵੈਲਕਮ ਕਹਿੰਦੇ ਹਾਂ ਵੀ ਕਿਸੇ ਨੂੰ ਵੀ ਕਿਸੇ ਦੀ ਜਾਨ ਬਚਦੀ ਹੈ। ਪਰ ਇਹਦੇ ਚੋਂ ਤੁਸੀਂ ਕਨਕਲੂਡ ਕੀ ਕਰਦੇ ਹੋ ਕਿ ਇਹਨਾਂ ਨੂੰ ਵੀ ਪਤਾ ਹੈ ਕਿ ਵੀ ਇਹਨਾਂ ਦਾ ਇਕੱਲਾ ਇਹੀ ਨਹੀਂ ਵੀ ਇਹਨਾਂ ਦੀ ਫੌਜ ਦੇ ਵਿਦਡਰਾਅਲ ਦੇ ਫੈਸਲੇ ਨੇ ਅਫਗਾਨਿਸਤਾਨ ਨੂੰ ਸਟੇਬਲ ਕਰ ਦੇਣਾ ਹੈ, ਜਾਂ ਜਿਹੜੀ ਉੱਥੇ ਹਕੂਮਤ ਹੈ ਅਸ਼ਰਫ ਗਨੀ ਦੀ ਔਰ ਅਬਦੁੱਲਾ ਦੀ ਉਹ ਹੋਲਡ ਕਰੇਗੀ। ਜੇ ਹਕੂਮਤ ਹੋਲਡ ਕਰ ਸਕਦੀ, ਉਹਨਾਂ ਨੂੰ ਪ੍ਰੋਟੈਕਸ਼ਨ ਦੇ, ਹਕੂਮਤ ਹੋਏ ਤਾਂ ਪ੍ਰੋਟੈਕਸ਼ਨ ਦੇ, ਤੇ ਫਿਰ ਤਾਂ ਇਹਨਾਂ ਨੂੰ ਮੰਨਣ ਦੀ ਲੋੜ ਹੀ ਨਹੀਂ ਸੀ। ਇਹਨਾਂ ਨੂੰ ਵੀ ਇਹ ਨਜ਼ਰ ਆ ਗਿਆ ਕਿ ਦਾ ਮੋਮੈਂਟ ਇਹਨਾਂ ਦਾ ਅਖੀਰਲਾ ਸੋਲਜਰ ਉੱਥੋਂ ਨਿਕਲਿਆ, ਆਲਰੇਡੀ 60-65% ਟੈਰੀਟਰੀ ਤਾਲਿਬਾਨ ਦੇ ਕੋਲ ਹੈ, ਕਿ ਇੱਕ ਫੀਅਰਸ ਸਿਵਲ ਵਾਰ ਫੇਰ ਹੋਏਗੀ। ਅਫਗਾਨ ਫੌਜ ਅਲਟੀਮੇਟਲੀ ਜਾਂ ਇਹ ਉੱਥੇ ਟਿਕਣਗੇ ਨਹੀਂ, ਔਰ ਫਿਰ ਜਿਹੜੇ ਸਾਡੇ ਉੱਥੇ ਅਸੀਂ ਰੱਖੇ ਹੋਏ ਸੀ, ਜਿਨ੍ਹਾਂ ਤੋਂ ਨੂੰ ਅਸੀਂ ਸੂਈਏ ਬਣਾਇਆ ਹੋਇਆ ਸੀ, ਇੰਟਰਪ੍ਰੇਟਰ ਬਣਾਇਆ ਹੋਇਆ ਸੀ, ਉਹ ਮਾਰੇ ਜਾਣਗੇ। ਸੋ ਇਹ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਆਉਣ ਵਾਲਾ ਅਫਗਾਨਿਸਤਾਨ ਅਨਫੋਰਚੂਨੇਟਲੀ ਉਹਦੇ ਤੇ ਜਿਹੜਾ ਹੈ ਉਹ ਕਿਸ ਕਿਸਮ ਦੇ ਹਾਲਾਤ ਹੋਣਗੇ, ਇਹਨਾਂ ਦਾ ਉਹਦੇ ਤੇ ਕੋਈ ਕੰਟਰੋਲ ਨਹੀਂ ਹੋਏਗਾ। ਸੋ ਇਹ ਜਿਹੜੀ ਉਹਨਾਂ ਨੂੰ ਸੈਟਲ ਕਰਨ ਦੀ ਲਾਈਨ ਹੈ, ਔਰ ਜਦੋਂ ਇਹ ਉਹਨਾਂ ਨੂੰ ਸਟੇਟਸ ਦਿੰਦੇ ਨੇ, ਫਿਰ ਜਿਹੜੇ ਉੱਥੋਂ ਹੀ ਗ੍ਰੀਨ ਕਾਰਡ ਜਿਵੇਂ ਅਮਰੀਕਾ 'ਚ ਹੁੰਦਾ, ਜਦੋਂ ਚੱਲਦੀ ਰਹੀ ਇਹਨਾਂ ਦੀ 1979 ਤੋਂ 89 ਤੱਕ ਉੱਥੇ ਵਾਰ ਅਗੇਂਸਟ ਸੋਵੀਅਤ ਯੂਨੀਅਨ, ਹਜ਼ਾਰਾਂ ਅਫਗਾਨ ਨੇ, ਮੈਂ ਕੈਲੀਫੋਰਨੀਆ 'ਚ 2-3 ਮੇਰੇ ਜਿਹੜੇ ਨੇ ਜਾਣੂ ਵੀ ਸੀ, ਜਿਹੜੇ ਐਨ ਇੱਥੇ ਉਤਰਦੇ ਸੀ, ਉਹਨਾਂ ਨੂੰ ਗ੍ਰੀਨ ਕਾਰਡ ਮਿਲਦਾ ਸੀ ਐਜ਼ ਏ ਰਿਫਿਊਜੀ ਸਟੇਟਸ। ਫਿਰ ਉਹਨਾਂ ਨੂੰ ਜਿਹੜਾ ਉਹ ਪੂਰਾ ਅਲਾਊਂਸ ਵੀ ਮਿਲਦਾ ਸੀ ਪੂਰਾ, ਕਿ ਭਾਈ ਤੁਹਾਡੀ ਅਪਕੀਪ ਲਈ, ਤੇ ਫੈਮਲੀਜ਼ ਨੇ ਹੁਣ ਜਿੰਨੇ ਬੱਚੇ ਨੇ ਦੂਜੇ ਨੇ। ਸੋ ਚਲੋ ਉਹਨਾਂ ਦੀਆਂ ਜ਼ਿੰਦਗੀਆਂ ਸੰਵਰ ਜਾਣਗੀਆਂ, ਪਰ ਅਫਗਾਨਿਸਤਾਨ ਦੀ ਅਨਸਟੇਬਿਲਿਟੀ ਜਿਹੜੀ ਹੈ ਉਹ ਇਸ ਚੋਂ ਜ਼ਾਹਰ ਹੁੰਦੀ ਹੈ ਵੀ ਇਹ ਵੀ ਇਸ ਗੱਲ ਨੂੰ ਸਮਝਦੇ ਨੇ ਕਿ ਅਫਗਾਨਿਸਤਾਨ 'ਚ ਇਹ ਐਗਜ਼ਿਸਟਿੰਗ ਹਕੂਮਤ ਨਹੀਂ ਰਹੇਗੀ। ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਦਾ ਵਿਚਾਰ ਕਰਦੇ, ਅੱਜ ਕਬੀਰ ਸਾਹਿਬ ਦਾ ਸ਼ਬਦ ਜਿਹੜਾ ਮੈਨੂੰ ਹਮੇਸ਼ਾ ਹੀ ਬਹੁਤ ਪਿਆਰਾ ਲੱਗਦਾ ਹੈ। ਬਾਣੀ ਤਾਂ ਸਾਰੀ ਪਿਆਰ ਵਾਲੀ ਹੁੰਦੀ ਹੈ, ਪਿਆਰ ਭਰਦੀ ਹੈ, ਪਰ ਕੁਝ ਚੀਜ਼ਾਂ ਜਿਹੜੀ ਉਹਨਾਂ ਦੀ ਰਵਾਨਗੀ ਹੈ ਸ਼ਬਦ ਦੀ, ਉਸ ਦੇ ਵਿੱਚ ਇਸਤੇਮਾਲ ਕੀਤਾ ਗਿਆ ਜਿਹੜਾ ਅਲੰਕਾਰ ਹੈ, ਮੈਟਾਫਰ ਹੈ, ਉਹ ਤੁਹਾਨੂੰ ਜਿਹੜਾ ਉਹ ਟੱਚ ਕਰਦਾ ਹੈ। ਔਰ ਇਹ ਰਾਗ ਗੌੜੀ ਚੇਤੀ ਦੇ ਵਿੱਚ ਸ਼ਬਦ ਹੈ ਕਬੀਰ ਸਾਹਿਬ ਦਾ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਣੀ ਭ੍ਰਮ ਕੀ ਟਾਟੀ, ਰਹਿ न माया बांधी रहाओ, दुचित्ते की दोए थून गिरानी, मोह बलेडा टूटा, तिसना छान भरी तर तर ऊपर, दुर्मत भांडा फूटा, आंधी पाछै जो जल बरखै, तह तेरा जन पीना, कह कबीर मन भया प्रगासा, उदय भान जब चीना। हुण ये एक छपरी, ਅਸੀਂ ਜੇ ਪੁਰਾਣੀ ਜਿਹਨੂੰ ਛੰਨ ਵੀ ਕਹਿੰਦੇ ਸੀ, ਕੁੱਲੀ ਵੀ ਕਹਿੰਦੇ ਸੀ, ਫਕੀਰਾਂ ਦੀ ਕੁੱਲੀ, ਛੰਨ ਆਮ ਗਰੀਬ ਆਦਮੀ ਦੀ, ਉਹਦੇ 'ਚ ਕੀ ਹੈ, ਥੰਮ ਨੇ, ਜਿਹਨਾਂ ਨੂੰ ਅਸੀਂ ਥੰਮਲੇ ਕਹਿੰਦੇ ਹਾਂ,
ਔਰ ਉੱਤੇ ਛੰਨ ਦੇ ਉੱਤੇ ਜਿਹਨੂੰ ਜਿਹੜਾ ਉਹ ਵਲਾ ਕਿਹਾ ਜਾਂਦਾ ਹੈ, ਤੇ ਅਸੀਂ ਉਹਨੂੰ ਬੋਲਡਰ ਵੀ ਕਹਿੰਦੇ ਸੀ ਜਾਂ ਬਾਲੇ ਵੀ ਕਹਿੰਦੇ ਸੀ। ਦੋ ਕੁ ਬਾਲਿਆਂ ਦੇ ਉੱਤੇ, ਉਹਦੇ ਤੇ ਫਿਰ ਉਹ ਕੱਚੀ ਛਪਰੀ ਹੈ ਤੇ ਦੋ ਕੁ ਥੱਲੇ ਥੰਮੇ ਨੇ, ਉਸ ਦੇ ਉੱਤੇ ਉਹ ਛੱਪਰ ਬਣਿਆ, ਉਹਦੇ ਥੱਲੇ ਉਹ ਘਰ ਗੁਜ਼ਰ ਕਰ ਰਿਹਾ। ਹੁਣ ਕਬੀਰ ਸਾਹਿਬ ਨੇ ਮਨ ਦੇ ਵਿੱਚ ਕਿਵੇਂ ਦੁਬਿਧਾ ਹੈ ਸਾਡੇ, ਜਿਹਨੇ ਰੱਬ ਤੋਂ ਵਿੱਥ ਪਾਈ ਹੋਈ ਹੈ, ਕਿਵੇਂ ਅਸੀਂ ਉਸ ਦੁਨੀਆ ਦੇ ਵਿੱਚ ਰਹਿੰਦੇ ਹਾਂ ਜਿੱਥੇ ਫੇਥ ਨਹੀਂ ਹੈ ਔਰ ਉਹਦੇ ਕਰਕੇ ਰੱਬ ਤੋਂ ਦੂਰੀ ਹੈ। ਪਰ ਜਦੋਂ ਗਿਆਨ ਰੱਬ ਦੀ ਬਖਸ਼ਿਸ਼ ਦੇ ਨਾਲ ਤੁਹਾਡੇ ਅੰਦਰ ਜਿਹੜਾ ਉਹ ਰੱਬ ਦਾ ਪਿਆਰ ਆਉਂਦਾ ਹੈ, ਪਿਆਰ ਦੇ ਨਾਲ ਇੱਕ ਗਿਆਨ ਦਾ ਉਮਾ ਆਉਂਦਾ ਹੈ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਆਂਦੀ ਅਸੀਂ ਹਨੇਰੀ ਨੂੰ ਕਹਿੰਦੇ, ਤੂਫਾਨ ਨੂੰ। ਹੁਣ ਜਿਵੇਂ ਔਰ ਇਹ ਉਦਾਹਰਣ ਹੈ ਕਿ ਜਦੋਂ ਹਨੇਰੀ ਆਉਂਦੀ ਆ, ਹੁਣ ਵੀ ਜਿਹੜਾ ਬੜਾ ਖਤਰਨਾਕ ਸਮੁੰਦਰੀ ਤੂਫਾਨ ਆਇਆ ਜਿਹਦੇ ਵਿੱਚ ਬੰਗਾਲ ਵੀ, ਕਰਨਾਟਕਾ ਵੀ, ਉੜੀਸਾ ਵੀ, ਕੇਰਲਾ ਵੀ ਪ੍ਰਭਾਵਿਤ ਹੋਇਆ ਔਰ ਬੇਸ਼ੱਕ ਜਾਨੀ ਨੁਕਸਾਨ ਨਹੀਂ ਹੋਇਆ, ਪਰ ਅਸੀਂ ਕਿ ਕਰੋੜਾਂ ਅਰਬਾਂ ਰੁਪਏ ਦਾ ਔਰ ਨੁਕਸਾਨ ਕਿਹਦਾ ਹੁੰਦਾ, ਉਹੀ ਗਰੀਬ ਬੰਦੇ ਜਿਹੜੇ ਪੱਕੇ ਘਰ ਜਾਂ ਦੂਜੇ ਨੇ ਉਹ ਤਾਂ ਟਿਕ ਜਾਂਦੇ ਨੇ, ਲੇਕਿਨ ਜਿਨ੍ਹਾਂ ਨੇ ਝੁੱਗੀ ਪਾਈ ਹੁੰਦੀ ਹੈ, ਛੰਨ ਹੁੰਦੀ ਹੈ ਉਹਨਾਂ ਦੀ, ਉਹਦੇ 'ਚ ਕੀ ਹੁੰਦਾ ਜਦੋਂ ਆਂधी ਆਉਂਦੀ। ਔਰ ਕਬੀਰ ਸਾਹਿਬ ਨੇ ਗੰਗਾ ਦੇ ਕੰਢੇ ਬੈਠਿਆ ਜਿਹੜਾ ਕਿਹਾ ਕਿ ਭਾਈ ਦੇਖੋ ਭਾਈ ਗਿਆਨ ਕੀ ਆਈ ਆਂधी, ਕਿ ਗਿਆਨ ਦੀ ਆਂधी ਨੇ, ਉਸ ਹਨੇਰੀ ਨੇ ਕੀ ਕੀਤਾ, ਸਭੈ ਉਡਾਣੀ ਭ੍ਰਮ ਕੀ ਟਾਟੀ ਰਹਿ ਨ ਮਾਇਆ ਬੰਦੀ। ਹੁਣ ਟਾਟੀ ਹੈ ਛਪਰੀ, ਕਿ ਜਦੋਂ ਰੱਬ ਦੇ ਪਿਆਰ ਰੂਪੀ ਗਿਆਨ ਦੀ ਹਨੇਰੀ ਆਈ, ਉਹਨੇ ਜਿਹੜੇ ਮੇਰੇ ਅੰਦਰ ਦੁਬਿਧਾ ਦੀ ਛਪਰੀ ਖੜੀ ਸੀ ਉਹਨੂੰ ਉਡਾ ਕੇ ਉਹ ਮਾਰਿਆ। ਸਭੈ ਉਡਾਨੀ ਭ੍ਰਮ ਕੀ ਟਾਟੀ, ਇਸ ਦੁਬਿਧਾ ਦੀ ਛਪਰੀ ਚੋਂ ਸਭ ਕੁਝ ਉੱਡ ਗਿਆ, ਰਹਿ ਨਾ ਮਾਇਆ ਬੰਦੀ। ਹੁਣ ਮੇਰੀ ਸੁਰਤ ਜਿਹੜੀ ਹੈ ਉਹ ਮਾਇਆ ਦੇ ਵਿੱਚ ਬੱਝੀ ਹੋਈ ਨਹੀਂ ਹੈ, ਇਸ ਸਾਰੇ ਚੋਂ ਨਿਕਲ ਗਿਆ। ਔਰ ਅੱਗੇ ਛਪਰੀ ਦੇ ਜਿਹੜੇ ਪਿੱਲਰ ਨੇ ਉਸ ਦਾ ਵਲੈ ਜਾਂ ਬਾਲੈ, ਦੁਚਿੱਤੇ ਕੀ ਦੋਏ ਥੂਨ ਗਿਰਾਨੀ, ਮੋਹ ਬਲੇਡਾ ਟੂਟਾ, ਤਿਸਨਾ ਛਾਨ ਪਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਕਿ ਇਸ ਗਿਆਨ ਦੀ ਹਨੇਰੀ ਨੇ ਜਿਹੜੀ ਦੁਚਿੱਤੀ ਦੇ ਦੋ ਥਮਲੇ ਸੀ ਗੱਡੇ ਹੋਏ ਮੇਰੇ ਮਨ ਦੇ ਅੰਦਰ, ਉਹਨਾਂ ਨੂੰ ਵਗਾ ਕੇ ਦੁਚਿੱਤੇ ਕੀ ਦੋਏ ਥੂਨ ਗਿਰਾਨੀ, ਉਹ ਥਮਲੇ ਡਿੱਗ ਪਏ। ਮੋਹ ਬਲੇਡਾ ਟੂਟਾ, ਜਿਹੜਾ ਉੱਤੇ ਬਾਰਡਰ ਪਾਇਆ ਹੋਇਆ ਸੀ, ਬਾਲਾ ਸੀ, ਵਾਲਾ ਮੋਹ ਦਾ, ਉਹ ਵੀ ਟੁੱਟ ਗਿਆ, ਕਿਉਂਕਿ ਹਨੇਰੀ ਗਿਆਨ ਦੀ ਇੰਨੀ ਤੇਜ਼ੀ ਦੇ ਨਾਲ ਆਈ ਰੱਬ ਦੇ ਪਿਆਰ ਦੀ ਕਿ ਉਹਨੇ ਜਿਹੜੀ ਹੈ ਉਹ ਦੁਚਿੱਤੇ ਕੀ ਦੋਏ ਥੂਨ ਗਿਰਾਨੀ, ਮੋਹ ਬਲੇਡਾ ਟੂਟਾ, ਤਿਸਨਾ ਛਾਨ ਪਰੀ ਧਰ ਉਪਰ। ਤ੍ਰਿਸ਼ਨਾ ਡਿਜ਼ਾਇਰਸ, ਛਾਨ ਛਪੜੀ, ਕਿ ਜਿਹੜੀਆਂ ਡਿਜ਼ਾਇਰਸ ਦੇ ਉੱਤੇ ਮੇਰੇ ਮਨ ਦੇ ਅੰਦਰ ਇਹ ਛਪੜੀ ਖੜੀ ਹੋਈ ਸੀ ਮੋਹ ਦੀ, ਉਸ ਬਲੇਡੇ ਦੇ ਨਾਲ ਔਰ ਦੁਬਿਧਾ ਦੇ ਉਹਨਾਂ ਥਮਲਿਆਂ ਦੇ ਨਾਲ, ਤ੍ਰਿਸ਼ਨਾ ਜਿਹੜੀ ਆ ਉਹ ਠਾ ਕਰਕੇ ਥੱਲੇ ਡਿੱਗੀ। ਤ੍ਰਿਸ਼ਨਾ ਛਾਨ ਪਰੀ ਧਰ ਉੱਪਰ, ਜ਼ਮੀਨ ਦੇ ਉੱਤੇ ਉਹ ਡਿਜ਼ਾਇਰਸ ਦੀ ਜਿਹੜੀ ਹੈ ਸਾਰੀ ਉਹ ਥੱਲੇ ਆ ਕੇ ਡਿੱਗੀ ਛਪਰੀ। ਦੁਰਮਤ ਭਾਂਡਾ ਫੂਟਾ, ਹੁਣ ਜਦੋਂ ਕੋਈ ਚੀਜ਼ ਡਿੱਗ ਪੈਂਦੀ ਹੈ, ਹੁਣ ਭਾਂਡੇ ਮਿੱਟੀ ਦੇ ਹੀ ਹੁੰਦੇ ਨੇ, ਘੜਾ ਜਾਂ ਦੂਜਾ, ਹੁਣ ਭਾਂਡਾ ਕੀ ਹੈ, ਦੁਰਮਤ ਦਾ, ਮਾੜੀ ਬੁੱਧੀ, ਜਿਹੜੀ ਮਾੜੀ ਅਕਲ ਨੇ ਮਾਇਆ ਦੇ ਨਾਲ ਬੰਨਿਆ ਹੋਇਆ ਸੀ, ਡਿਜ਼ਾਇਰਸ ਔਰ ਮੋਹ, ਇਹਨਾਂ ਸਾਰਿਆਂ ਨੇ ਫਸਾਇਆ ਹੋਇਆ ਸੀ। ਜੋ ਹੀ ਉਹ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ ਰਹਿ ਨ ਮਾਇਆ ਬਾਂਦੀ, ਦੁਚਿੱਤੇ ਕੀ ਦੋਏ ਥੂਨ ਗਿਰਾਨੀ, ਮੋਹ ਬਲੇਡਾ ਟੂਟਾ, ਤਿਸਨਾ ਛਾਨ ਭਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਕਿ ਇਹ ਦੁਰਮਤ ਦਾ ਭਾਂਡਾ ਵੀ ਜਿਹੜਾ ਟੁੱਟ ਗਿਆ। ਤੇ ਹੁਣ ਜਦੋਂ ਹਨੇਰੀ ਆ ਕੇ ਹਵਾਵਾਂ ਚੱਲਦੀਆਂ ਨੇ ਉਦੋਂ ਮੀਂਹ ਨਹੀਂ ਪਿਆ, ਜਦੋਂ ਹਨੇਰੀ ਲੰਘ ਜਾਂਦੀ ਹੈ ਫਿਰ ਮੀਂਹ ਆਂਦਾ। ਆਂਦੀ ਪਾਛੈ ਜੋ ਜਲ ਬਰਖੈ, ਤੈ ਤੇਰਾ ਜਨ ਪੀਨਾ। ਕਿ ਇਸ ਹਨੇਰੀ ਨੇ ਮੇਰੀ ਦੁਬਿਧਾ, ਤ੍ਰਿਸ਼ਨਾ, ਮੋਹ ਸਭ ਉਡਾ ਦਿੱਤੇ। ਸਾਰਾ ਜਿਹਦੇ ਤੇ ਮੈਂ ਬੈਠਾ ਸੀ, ਜਿਸ ਮੋਹ ਦੀ ਛਪਰੀ ਚ ਤ੍ਰਿਸ਼ਨਾ ਦੀ, ਉਹ ਡਿੱਗ ਪਿਆ ਤੇ ਹੁਣ ਰੱਬ ਦੇ ਪਿਆਰ ਦਾ ਮੀਂਹ ਵਰ ਰਿਹਾ। ਆਂਦੀ ਪਾਛੈ ਜੋ ਜਲ ਬਰਖੈ, ਹਨੇਰੀ ਲੰਘਣ ਤੋਂ ਬਾਅਦ ਜਿਹੜਾ ਮੀਂਹ ਪੈਂਦਾ, ਤੈ ਤੇਰਾ ਜਨ ਪੀਨਾ। ਮੈਂ ਹੁਣ ਤੇਰੇ ਪਿਆਰ ਦੇ ਇਸ ਮੀਂਹ ਦੇ ਅੰਦਰ ਭਿੱਜਿਆ ਹੋਇਆ, ਰੰਗਿਆ ਹੋਇਆ। ਕਹਿ ਕਬੀਰ ਮਨ ਭਇਆ ਪ੍ਰਗਾਸਾ। ਪ੍ਰਗਾਸ ਹੁੰਦਾ ਚਾਨਣ। ਕਬੀਰ ਸਾਹਿਬ ਕਹਿੰਦੇ ਨੇ ਕਿ ਮੇਰੇ ਮਨ ਦੇ ਅੰਦਰ ਹੁਣ ਚਾਨਣ ਹੈ। ਕਾਹਦਾ ਚਾਨਣ ਹੈ? ਉਦੈ ਭਾਨ ਜਬ ਚੀਨਾ। ਭਾਨ ਹੁੰਦਾ ਸੂਰਜ, ਉਦੈ ਹੁੰਦਾ ਸੂਰਜ ਦਾ ਨਿਕਲਣਾ। ਕਿ ਜਦੋਂ
ਗਿਆਨ ਦਾ ਸੂਰਜ ਮੇਰੇ ਅੰਦਰ ਰੋਸ਼ਨ ਹੋ ਗਿਆ ਹੈ, ਉਸ ਨੇ ਅੰਦਰ ਜਗਮਗ ਪਾ ਦਿੱਤੀ ਹੈ। ਕਹਿ ਕਬੀਰ ਮਨ ਭਇਆ ਪਰ, ਮੇਰੇ ਅੰਦਰ ਹੁਣ ਚਾਨਣ ਹੈ, ਨੂਰ ਹੈ, ਪ੍ਰਗਾਸ ਹੈ। ਅਗਿਆਨਤਾ ਦਾ ਹਨੇਰਾ, ਮਾਇਆ ਦਾ ਹਨੇਰਾ, ਇਹ ਸਭ ਚਲਾ ਗਿਆ ਔਰ ਤੇਰੇ ਪਿਆਰ ਦਾ ਆਂਦੀ ਪਾਛੈ ਜੋ ਜਲ ਬਰਖੈ ਤੈਂ ਤੇਰਾ ਜਨ ਪੀਨਾ। ਸੋ ਇਹ ਹੈ ਜਿਹੜਾ ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਵਰਗੀ ਸ਼ਖਸੀਅਤ ਨੇ ਪਿਆਰ ਦੀ ਗੱਲ ਕਰਦੇ ਆ, ਰੱਬ ਤੋਂ ਦਾਤ ਮੰਗੀ। ਔਰ ਬਹੁਤ ਵਾਰ ਰਹਿਮਤਾਂ ਦਾ ਮੀਂਹ ਅਸੀਂ ਜਦੋਂ ਕਹਿੰਦੇ ਆ ਕਿ ਤੇਰੀ ਰਹਿਮਤ ਦਾ ਮੀਂਹ ਵਰਸ ਰਿਹਾ, ਇੱਕ ਕਣੀ ਦੇ ਅਸੀਂ ਸਵਾਲੀ ਹਾਂ। ਤੇ ਇਹ ਜਿਹੜਾ ਮੇਰਾਂ ਦੇ ਘਰ ਆ ਦਾਤਾ, ਸਾਡੀ ਤਿਖਾ ਬੁਝਾ ਦਾਤਾ, ਇਹ ਜਿਹੜੀਆਂ ਅਰਦਾਸਾਂ ਸੀ, ਦੁਆਵਾਂ ਸੀ ਕਿ ਭਾਈ ਇੱਕ ਪਿਆਰ ਦਾ ਮੀਂਹ ਦੀ ਬੂੰਦ ਤੇਰੀ ਆਏ। ਔਰ ਇਸੇ ਤੋਂ ਹੀ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਥਾਂ ਕਿਹਾ ਸੀ ਕਿ ਦੇ ਇੱਕ ਬੂੰਦ ਸੁਰਾਈਓ ਸਾਨੂੰ, ਇੱਕੋ ਹੀ ਦੇ ਸਾਈਂ, ਅੱਧੀ ਅੱਧ ਪਚੱਦੀ ਦੇ ਨਿੱਕੀ ਹੋਰ ਗੁਸਾਈ। ਇੱਕ ਵੇਰ ਇੱਕ ਕਣੀ ਦਵਾ ਦੇ, ਸੂਫੀ ਅਸ ਨਾ ਰਹੀਏ, ਇੱਕ ਵੇਰ ਦਰ ਖਲਿਆਂ ਤਾਈਂ, ਸਾਈਂ ਸਵਾਦ ਚਖਾ ਦੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਵੇਂ ਸ਼ੋਅ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।